ਦੋਸਤੋ, ਤੁਸੀਂ ਸੁਣ ਰਹੇ ਹੋ ਅਤੇ ਅਧੂਰੇ ਨੋਵਲ ਦੀ 7ਵੀਂ ਕਿਸ਼ਤ। ਤੇ ਇਸ ਤੋਂ ਪਹਿਲਾਂ 6 ਕਿਸ਼ਤਾਂ ਵੀ ਤੁਸੀਂ, ਮੈਨੂੰ ਉਮੀਦ ਹੈ ਕਿ ਜ਼ਰੂਰ ਇੰਜੋਏ ਕੀਤੀਆਂ ਹੋਣਗੀਆਂ। ਜੇ ਹਾਲੇ ਤੱਕ ਤੁਸੀਂ ਪਹਿਲੀਆਂ 6 ਕਿਸ਼ਤਾਂ ਨਹੀਂ ਸੁਣੀਆਂ ਤੇ ਸੁਣ ਸਕਦੇ ਹੋ ਰੇਡੀਓ ਸਾਂਝੀ ਆਵਾਜ਼ ਮੈਲਬਰਨ ਦੇ ਫੇਸਬੁੱਕ ਪੇਜ ਲਾਈਕ ਕਰਕੇ ਤੇ ਜਾਂ ਫਿਰ ਟਾਕਿੰਗ ਬੁੱਕਸ YouTube ਚੈਨਲ ਸਬਸਕ੍ਰਾਈਬ ਕਰਕੇ। ਤੇ ਚਲੋ ਸ਼ੁਰੂ ਕਰਦੇ ਹਾਂ ਫਿਰ 7ਵੀਂ ਕਿਸ਼ਤ। ਸਰਦਾਰ ਗੁਰਸੇਵਕ ਸਿੰਘ ਆਪਣੇ ਕਮਰੇ ਵਿੱਚ ਬਿਲਕੁਲ ਚੁੱਪਚਾਪ ਬੈਠੇ ਕੁਝ ਕਿਤਾਬਾਂ ਪੜ੍ਹਦੇ ਰਹਿੰਦੇ। ਸਿੱਖ ਇਤਿਹਾਸ ਦੀਆਂ ਪੁਸਤਕਾਂ, ਗੁਰੂ ਗ੍ਰੰਥ ਸਾਹਿਬ ਦੇ ਟੀਕੇ, ਉੱਚ ਕੋਟੀ ਦੇ ਸਾਹਿਤਕਾਰਾਂ ਦੀਆਂ ਪੁਸਤਕਾਂ, ਕੁਝ ਚਰਚਿਤ ਉਪਨਿਆਸ ਪੜ੍ਹਦੇ। ਕਦੀ ਕਿਸੇ ਵਸਤੂ ਦੀ ਲੋੜ ਹੁੰਦੀ ਤੇ ਸਿਰਫ ਆਨੰਦੀ ਨੂੰ ਹੀ ਕਹਿੰਦੇ। ਕੰਮ ਕਰਨ ਵਾਲੀ ਪੁਸ਼ਪਾ ਉਹਨਾਂ ਦਾ ਕਮਰਾ ਸਾਫ਼ ਕਰਨ ਆਉਂਦੀ ਤਾਂ ਉਹ ਬਾਹਰ ਬੈਠਕ ਵਿੱਚ ਜਾ ਬੈਠਦੇ। ਉਹਨਾਂ ਨੇ ਆਪਣੇ ਪੋਤਰੇ ਨੂੰ ਵੀ ਬੁਲਾਉਣਾ ਬੰਦ ਕਰ ਦਿੱਤਾ। ਬਸ ਦੂਰੋਂ ਵੇਖਦੇ। ਮਾਂ ਦੇ ਨਾਲ ਜਿੱਦਾਂ ਕਰਦਾ, ਦਾਦੂ ਨੂੰ ਨਿਹਾਰਦਾ। ਬੱਚੇ ਦੀ ਖੇਚ, ਗੁੱਸਾ ਤੇ ਮਾਂ ਨਾਲ ਉੱਚੀ ਬੋਲਣਾ, ਕਦੀ ਆਖੇ ਨਾ ਲੱਗਣਾ, ਕਦੀ ਮਾਂ ਦੀ ਗੱਲ ਨਾ ਮੰਨਣਾ। ਇਹ ਸਭ ਸਰਦਾਰ ਜੀ ਧਿਆਨ ਨਾਲ ਵੇਖਦੇ, ਪਰ ਕੋਈ ਟਿੱਪਣੀ ਜਾਂ ਕੋਈ ਗੱਲ ਨਾ ਕਰਦੇ ਤੇ ਆਪਣੇ ਕਮਰੇ ਵਿੱਚ ਚਲੇ ਜਾਂਦੇ। ਬੱਚਾ ਦਾਦੂ ਨੂੰ ਨਿਹਾਰਦਾ, ਕਦੀ ਗੱਲ ਕਰਨ ਦਾ ਯਤਨ ਕਰਦਾ, ਪਰ ਮੰਮੀ ਦੇ ਡਰ ਤੋਂ ਕੁਝ ਨਹੀਂ ਬੋਲਦਾ। ਬਸ ਤਾਂ ਤੇ ਆਸ ਭਰੀਆਂ ਨਜ਼ਰਾਂ ਨਾਲ ਵੇਖਦਾ ਰਹਿੰਦਾ। ਬੱਚੇ ਦੇ ਮਨ ਵਿੱਚ ਕਈ ਵਾਰੀ ਆਉਂਦਾ ਕਿ ਉਸ ਦੇ ਦਾਦੂ ਉਸਨੂੰ ਬੁਲਾਉਂਦੇ ਕਿਉਂ ਨਹੀਂ, ਉਸਨੂੰ ਚੁੱਕਦੇ ਕਿਉਂ ਨਹੀਂ, ਉਸਨੂੰ ਪਿਆਰ ਕਿਉਂ ਨਹੀਂ ਕਰਦੇ। ਮੈਨੂੰ ਮਾਮਾ ਦੀਆਂ ਨਜ਼ਰਾਂ ਦਾਦੇ ਕੋਲ ਜਾਣੋਂ ਰੋਕਦੀਆਂ ਨੇ, ਪਰ ਦਾਦੂ ਨੂੰ ਕੌਣ ਰੋਕਦਾ ਹੈ? ਦਾਦੂ ਦੀ ਮੰਮਾ ਤਾਂ ਹੈ ਨਹੀਂ, ਅਮਨ ਸੋਚਦਾ। ਅਮਨ ਦੁਪਹਿਰ ਤੋਂ ਬਾਅਦ ਉਡੀਕਦਾ ਰਹਿੰਦਾ, ਮੰਮੀ ਕਦੋਂ ਸੋਏਗੀ ਤੇ ਉਹ 2 ਮਿੰਟ ਵਾਸਤੇ ਦਾਦੂ ਨੂੰ ਮਿਲ ਆਵੇਗਾ। ਜਲਦੀ ਮਿਲ ਕੇ ਸਿਰਫ ਦਾਦੂ ਨੂੰ ਵੇਖ ਕੇ ਹੀ ਮੁੜ ਜਾਂਦਾ। ਕੋਈ ਗੱਲ ਕਰਨੋਂ ਝੱਕਦਾ, ਕਿਤੇ ਉਸ ਦੀ ਮੰਮੀ ਸੁਣ ਨਾ ਲਵੇ ਤੇ ਫਿਰ ਡਾਂਟ ਪਵੇਗੀ। ਸਕੂਲੋਂ ਵਾਪਸ ਆਉਂਦਾ ਤੇ ਜਲਦੀ ਜਲਦੀ ਬੈਗ ਸੁੱਟ ਕੇ ਦਾਦੂ ਨੂੰ ਜਾ ਮਿਲਦਾ, ਘੁੱਟ ਕੇ ਜੱਫੀ ਪਾਉਂਦਾ। ਜਦ ਤੱਕ ਉਸ ਦੀ ਮੰਮੀ ਅੰਦਰ ਆਉਂਦੀ, ਉਹ ਬਾਹਰ ਨਿਕਲ ਗਿਆ ਹੁੰਦਾ। ਇੱਕ ਛੋਟੇ ਜਿਹੇ ਬੱਚੇ ਤੇ ਇੰਨੀ ਪਾਬੰਦੀ ਦਾਦੂ ਨੂੰ ਮਿਲਣ ਦੀ, ਜਿਵੇਂ ਦਾਦੂ ਕੋਈ ਰਾਖਸ਼ ਹੋਵੇ ਜਾਂ ਕੋਈ ਖਲਨਾਇਕ ਹੋਵੇ। ਦੀਪਤੀ ਵਾਸਤੇ ਤੇ ਦਾਦੂ ਖਲਨਾਇਕ ਹੀ ਸੀ, ਜਿਹੜਾ ਉਸ ਦੇ ਬੱਚੇ ਦੇ ਮਨ ਮਸਤਕ ਤੇ ਛਾਇਆ ਹੋਇਆ ਸੀ। ਬੱਚੇ ਦਾ ਕੁਝ ਖਾਣ ਨੂੰ ਮਨ ਨਹੀਂ ਸੀ ਕਰਦਾ। ਉਸ ਦੀ ਪਸੰਦ ਦਾ ਕੋਈ ਖਾਣਾ ਬਣਾਇਆ ਜਾਵੇ, ਉਹ ਨਹੀਂ ਸੀ ਖਾਂਦਾ। ਜ਼ਿੱਦ ਕਰਦਾ। ਹੌਲੀ ਹੌਲੀ ਬੱਚਾ ਕਮਜ਼ੋਰ ਹੁੰਦਾ ਜਾ ਰਿਹਾ ਸੀ। ਡਾਕਟਰ ਕੋਲ ਵੀ ਲੈ ਕੇ ਗਏ। ਡਾਕਟਰ ਨੇ ਦੱਸਿਆ ਕਿ ਕੋਈ ਸਰੀਰਕ ਸਮੱਸਿਆ ਨਹੀਂ ਹੈ। ਬੱਚੇ ਖਾਣ ਪੀਣ ਤੋਂ ਅਕਸਰ ਨਾ ਨੁੱਕਰ ਕਰਦੇ ਨੇ, ਪਰ ਕੋਈ ਗੱਲ ਨਹੀਂ, ਠੀਕ ਹੋ ਜਾਵੇਗਾ। ਕੋਈ ਭੁੱਖ ਲੱਗਣ ਵਾਲੀ ਦਵਾ ਦੇ ਦਿੰਦਾ ਹਾਂ। ਭੁੱਖ ਲੱਗੇਗੀ ਤਾਂ ਆਪੇ ਕੁਝ ਖਾਵੇਗਾ, ਪਰ ਦਵਾਈ ਨਾ ਪੀਣ ਦੀ ਜ਼ਿੱਦ ਕਰਦਾ। ਜ਼ਬਰਦਸਤੀ 1 ਅੱਧਾ ਚਮਚ ਪੀ ਵੀ ਲੈਂਦਾ ਤਾਂ ਉਸ ਨਾਲ ਕੋਈ ਫਰਕ ਨਹੀਂ ਪੈਂਦਾ। ਉਸ ਦਾ ਦਿਲ ਕਰਦਾ ਕਿ ਦਾਦੂ ਨਾਲ ਖੇਡੇ, ਘੁੰਮਣ ਜਾਵੇ, ਮਸਤੀ ਕਰੇ, ਪਰ ਕੀ ਕਰੇ? ਮੰਮੀ ਦੇ ਡਾਂਟ ਦੇ ਡਰ ਤੋਂ ਆਪਣੇ ਕਮਰੇ ਵਿੱਚ ਵੜਿਆ ਰਹਿੰਦਾ। ਕੋਮਲ ਫੁੱਲ ਮੁਰਝਾਉਣ ਲੱਗ ਪਿਆ। ਕਦੀ ਦਾਦੂ ਦਾ ਪਿਆਰ ਮਨ ਵਿੱਚ ਉਬਾਲੇ ਖਾਂਦਾ ਤੇ ਸ਼ਾਮ ਨੂੰ ਉਸਨੂੰ ਲਾਉਣ ਵਿੱਚ ਜਾਣ ਵਾਸਤੇ ਕਹਿੰਦੇ ਤਾਂ ਦੀਪਤੀ ਦੀ ਅੰਦਰੋਂ ਆਵਾਜ਼ ਆ ਜਾਂਦੀ, ਬਾਹਰ ਮੱਛਰ ਹੈ, नहीं जाना। मम्मा, दादू भी तो लॉन में है, उन्हें मच्छर नहीं काटते, तुम चुप करके अंदर बैठो। दिल महसूस के रह जाता, रोन लग पैंदा ਜਾਂ ਬੈੱਡ ਤੇ ਜਾ ਕੇ ਡਿੱਗ ਪੈਂਦਾ। ਕਿੰਨੀ ਦੇਰ ਰੁੱਸਿਆ ਰਹਿੰਦਾ, ਕਿਸੇ ਨਾਲ ਗੱਲ ਨਾ ਕਰਦਾ। ਮਾਂ ਮਨਾਉਣ ਜਾਂਦੀ ਤੇ ਉਸ ਨਾਲ ਗੱਲ ਨਾ ਕਰਦਾ ਤੇ ਉੱਚੀ ਉੱਚੀ ਕਹਿੰਦਾ, मुझे आपसे बात नहीं करनी, नहीं करनी, नहीं करनी। आप यहाँ से चले जाओ, मुझे आपकी शक्ल भी नहीं देखनी। कितनी बारी ਇਹੋ ਕੁਝ ਹੁੰਦਾ। ਸ਼ਾਮ ਵੇਲੇ ਸਰਦਾਰ ਜੀ सैर ਕਰਨ ਨਿਕਲਦੇ ਤੇ ਅਮਨ ਮਾਂ ਨੂੰ ਪੁੱਛਦਾ, मैं भी दादू के साथ सैर करने जाऊं? नहीं, वो लंबी सैर करते हैं, थक जाओगे, ਤੇ ਮਨਾ ਕਰ ਦਿੰਦੀ। ਬੱਚੇ ਦੇ ਮਨ ਤੇ ਜੋ ਬੀਤਦੀ ਉਹ ਤੇ ਉਹੀ ਜਾਣਦਾ ਸੀ, ਪਰ ਦਾਦੂ ਦੇ ਮਨ ਤੇ ਕੀ ਬੀਤਦੀ ਉਹ ਇਕੱਲੇ ਹੀ ਜਾਣਦੇ ਤੇ ਇਕੱਲੇ ਹੀ ਸਹਿੰਦੇ। ਅੰਦਰ ਜਿਵੇਂ ਹਲਕਾ ਹੋ ਜਾਂਦਾ ਤੇ ਸੈਰ ਕਰਨ ਨਿਕਲ ਜਾਂਦੇ। ਉਹਨਾਂ ਦਾ ਮਨ ਭਾਵੁਕ ਹੋ ਕੇ ਰੋਂਦਾ, ਅੱਖਾਂ ਨਮ ਹੋ ਜਾਂਦੀਆਂ
ਤੇ ਉਸ ਬੱਚੇ ਵਾਸਤੇ ਸੋਚ ਕੇ ਹੀ ਉਹ ਅਥਾਹ ਪੀੜਾ ਤੇ ਦਰਦ ਅਨੁਭਵ ਕਰਦੇ, ਪਰ ਉਹ ਕੁਝ ਨਹੀਂ ਕਹਿੰਦੇ। ਦੀਪਤੀ ਨਾਲ ਉਹ ਬੋਲਦੇ ਨਹੀਂ ਸਨ। ਹਾਂ, ਕਦੀ ਕਦੀ ਆਨੰਦੀ ਨਾਲ ਆਪਣੇ ਮਨ ਦਾ ਦੁੱਖ ਸਾਂਝਾ ਕਰ ਲੈਂਦੇ। ਅੱਗੋਂ ਉਹ ਬੜੇ ਸਿਦਕ ਤੇ ਸਬਰ ਨਾਲ ਕਹਿੰਦੀ, ਤੁਹਾਡੇ ਆਪਣੇ ਵੀ ਬੱਚੇ ਛੋਟੇ ਸਨ, ਉਹਨਾਂ ਨਾਲ ਵੀ ਤੁਸੀਂ ਪਿਆਰ ਕਰਦੇ ਸੀ, ਪਰ ਬੱਚਿਆਂ ਦੇ ਕਾਰਨ ਤੁਸੀਂ ਕਦੀ ਇੰਨੇ ਪਰੇਸ਼ਾਨ ਨਹੀਂ ਹੋਏ। ਹਾਂ ਆਨੰਦੀ, ਤੂੰ ਦੀਪਤੀ ਨਹੀਂ ਸੈਂ। ਤੂੰ ਕਦੀ ਮੈਨੂੰ ਰੋਕਿਆ ਨਹੀਂ, ਕਦੀ ਟੋਕਿਆ ਨਹੀਂ। ਕਿੰਨੀ ਵਾਰੀ ਮੈਂ 1-2 ਦਿਨਾਂ ਵਾਸਤੇ ਕਦੀ ਅਰਸ਼ ਨੂੰ ਬਾਹਰ ਵੀ ਲੈ ਜਾਂਦਾ ਸਾਂ, ਉਹ ਵੀ ਇਸੇ ਉਮਰ ਦਾ ਸੀ। ਹੌਕਾ ਭਰ ਕੇ ਗੁਰਸੇਵਕ ਨੇ ਕਿਹਾ, ਗਲਾ ਭਰ ਆਇਆ। ਉਹ ਤੁਹਾਡਾ ਆਪਣਾ ਪੁੱਤਰ ਸੀ, ਇਹ ਤੁਹਾਡੀ ਨੂੰਹ ਦਾ ਪੁੱਤਰ ਹੈ। ਤੁਹਾਡੀ ਨੂੰਹ ਨੂੰ ਭਰੋਸਾ ਨਹੀਂ ਕਿ ਤੁਸੀਂ ਇਸ ਦਾ ਮਾਂ ਵਾਂਗੂ ਖਿਆਲ ਰੱਖੋਗੇ। ਨਹੀਂ, ਇਹ ਗੱਲ ਨਹੀਂ ਹੈ। ਉਹ ਜਾਣਦੀ ਹੈ ਕਿ ਅਮਨ ਮੈਨੂੰ ਆਪਣੀ ਜਾਨ ਤੋਂ ਵੀ ਪਿਆਰਾ ਹੈ। ਉਸ ਦੀ ਮਮਤਾ ਦੀ ਸੋਚ ਹੈ। ਤੁਸੀਂ ਕੀ ਕਰ ਸਕਦੇ ਹੋ? ਜਿਵੇਂ ਉਹ ਖੁਸ਼ ਹੈ ਉਸ ਨੂੰ ਕਰਨ ਦਿਓ, ਆਨੰਦੀ ਸੁਝਾਅ ਦਿੰਦੀ ਹੈ। ਠੀਕ ਹੈ, ਮੈਂ ਕਰ ਵੀ ਸਕਦਾ ਹਾਂ। ਛੋਟੀਆਂ ਛੋਟੀਆਂ ਗੱਲਾਂ ਹਨ, ਕਿਸੇ ਨੂੰ ਦੱਸ ਵੀ ਨਹੀਂ ਸਕਦਾ। ਅਰਸ਼ਪ੍ਰੀਤ ਨੂੰ ਵੀ ਨਹੀਂ। ਕੀ ਸੋਚੇਗਾ ਕਿ ਮੈਂ ਸਵਾਰਥੀ ਹਾਂ, ਆਪਣੇ ਤੇ ਬੱਚੇ ਦੇ ਰਿਸ਼ਤੇ ਬਾਰੇ ਪਾਗਲ ਹੋਇਆ ਹਾਂ। ਉਹ ਸਿਰਫ ਸਮਝਦਾ ਹੈ ਕਿ ਬੱਚੇ ਵਾਸਤੇ ਚੰਗਾ ਬੁਰਾ ਉਸ ਦੀ ਮਾਂ ਤੋਂ ਸਿਵਾ ਹੋਰ ਕੋਈ ਨਹੀਂ ਸੋਚ ਸਕਦਾ। ਆਪਣੇ ਮਨ ਵਿੱਚ ਇਹੋ ਜਿਹੇ ਵਿਚਾਰ ਸੋਚਦਾ ਰਿਹਾ। ਆਨੰਦੀ ਨੇ ਉੱਠਣ ਲੱਗਿਆਂ ਪੁੱਛਿਆ, ਰਾਤ ਨੂੰ ਕੀ ਖਾਵੋਗੇ? ਜੋ ਬਣਿਆ ਹੈ ਖਿਲਾ ਦੇ ਯਾਰ। ਤੇ ਉਹ ਬਾਹਰ ਨਿਕਲ ਗਈ। ਕੁਝ ਦਿਨ ਦੀਪਤੀ ਬਿਮਾਰ ਹੋ ਗਈ, ਬੁਖਾਰ, ਖੰਘ ਤੇ ਜ਼ੁਕਾਮ ਵਗੈਰਾ। ਉਹੀ ਅਮਨ ਨੂੰ ਸਕੂਲ ਛੱਡਣ ਜਾਂਦੀ, ਸਵੇਰੇ ਨਾਸ਼ਤਾ ਖਵਾਉਣ ਦੀ ਕੋਸ਼ਿਸ਼ ਕਰਦੀ, ਪਰ ਉਹ ਤਸੱਲੀ ਨਾਲ ਕਦੀ ਕੁਝ ਨਹੀਂ ਖਾਂਦਾ। ਟਿਫਨ ਦਿੰਦੀ, ਉਹ ਵੀ ਉਸੇ ਤਰ੍ਹਾਂ ਵਾਪਸ ਲੈ ਆਉਂਦਾ। ਉਸ ਦਿਨ ਗੁਰਸੇਵਕ ਨੂੰ ਦੀਪਤੀ ਨੇ ਪੁੱਛਿਆ, डैडी जी आप आज अमन को स्कूल ले जाएंगे? हाँ क्यों नहीं, मैं छोड़ आता हूँ। फिर अमन ने पूछा, आप मेरे साथ स्कूल चलोगे? उसने बड़ी हैरानी ਨਾਲ पूछा, दादू आप मुझे छोड़ने जाएंगे? हाँ ठीक है। उसकी खुशी ਦੀਆਂ ਹੱਦਾਂ ਸਾਰੇ ਬੰਨੇ ਟੱਪ ਗਈਆਂ। ਬੈਗ ਮੋਢੇ ਤੇ ਰੱਖ ਕੇ ਦਾਦੂ ਦੀ ਗੱਡੀ ਵਿੱਚ ਜਾ ਬੈਠਾ। ਇੰਨਾ ਖੁਸ਼ ਤੇ ਚੁਲਬੁਲਾ ਹੋ ਗਿਆ ਜਿਵੇਂ ਬਨਵਾਸ ਭੋਗ ਕੇ ਰਾਮ ਅਯੁੱਧਿਆ ਵਿੱਚ ਆ ਗਿਆ ਹੋਵੇ। दादू मुझे भूख लगी है, कुछ खाकर नहीं आए? कुछ खाने को मन ही नहीं करता। अब कैसे खाने का मन किया? आज आप जो मेरे साथ हैं। सरदार जी ने उसनू कुट के जफ्फी पा ली, सीने नाल ला लिया ते कहा, अमन ठंड पै गई है। दादू मुझे भी ठंड पै गई है। ते उसने फिर दादू नू कुट लिया ते 2-3 बारी चुम लिया। टिफिन बैग चों कढ़िया ते अमन नू खिलाया। पूरी परौंठी खाण ते कहा, बस और नहीं। आप इतनी ही खाते होगे? मैं कुछ नहीं खाता, बिना खाए घर वापस ले जाता हूँ। चलो आज लंच का आपने नाश्ता कर लिया। दादू मैं आज स्कूल नहीं जाऊंगा। क्यों? मैं आपके साथ रहूंगा। आप मुझे किसी गार्डन में ले जाइए, आपके साथ बहुत मस्ती करने का मन कर रहा है। तेरी मम्मी को पता चल गया तो मेरी मस्ती भी निकल जाएगी। आप आज स्कूल चले जाओ, फिर कभी मस्ती करेंगे। आप मुझे छुट्टी समय लेने तो आएंगे ना? हाँ, पर लंच तो आपने खा लिया। कोई बात नहीं, छुट्टी के बाद आपके साथ कुछ खा लूंगा। ठीक है। उसके सरदार जी ने उसनू स्कूल छड्डिया। घर आके भी अमन ने पेट भर के भोजन किया। दीप्ति हैरान सी कि एक दिन ही दादू नाल जाण कारण इन्ना बदलाव आया। खाण तो बाद अमन ने मां नू पूछा, मैं दादू के कमरे में जाऊं? उसने नहीं रुकिया। अमन बहुत खुश सी, जिवें उसने कोई तीर मारिया होए जां कोई जंग जित्ती होवे। फिर शामां नू सैर करन भी नहीं रुकिया, खेडण तो भी नहीं रुकिया। सरदार जी भी दीप्ति विच इन्ना बदलाव वेख के हैरान सन। किवें होया ये सब कुछ? आनंदी ने समझाया, वो मां है, समझ गई है
ਕਿ ਇੱਕ ਦਿਨ ਦਾਦੂ ਦੇ ਜਾਣ ਨਾਲ ਅਮਨ ਨੇ ਖਾਣਾ ਖਾ ਲਿਆ। ਅੱਜ ਚਿੜਿਆ ਵੀ ਨਹੀਂ, ਬੈੱਡ ਤੇ ਆ ਕੇ ਢੇਰ ਵੀ ਨਹੀਂ ਹੋਇਆ। ਬਹੁਤ ਖੁਸ਼ ਆ। ਮਾਂ ਤੇ ਬੱਚੇ ਨੂੰ ਖੁਸ਼ ਹੀ ਵੇਖਣਾ ਚਾਹੁੰਦੀ ਆ। ਇਹੀ ਕਾਰਨ ਹੈ ਕਿ ਉਸ ਦੇ ਅੰਦਰ ਬਦਲਾਵ ਆਇਆ ਹੈ। ਹਾਂ, ਇਹੋ ਕਾਰਨ ਹੋ ਸਕਦਾ ਹੈ। ਇਹ ਖੂਨ ਦੇ ਰਿਸ਼ਤੇ ਦੀ ਖਿੱਚ ਹੁੰਦੀ ਹੈ ਅਨੰਦਪੁਰੇ। ਜਿੱਥੇ ਘਰ ਵਿੱਚ ਸੰਸਕਾਰ ਦਿੱਤੇ ਜਾਂਦੇ ਹਨ, ਆਪਣੇਪਨ ਦਾ ਅਹਿਸਾਸ ਹੁੰਦਾ ਹੈ, ਉੱਥੇ ਜ਼ੋਰ ਜ਼ਬਰਦਸਤੀ ਨਹੀਂ ਕਰਨੀ ਚਾਹੀਦੀ। ਦੀਪਤੀ ਤੇ ਜਾਣਦੀ ਸੀ ਕਿ 3 ਸਾਲ ਦੀ ਉਮਰ ਤੱਕ ਮੈਂ ਪਾਲਿਆ ਹੈ। ਦਾਦੂ ਉਸਦੀ ਆਦਤ ਬਣ ਗਏ ਸਨ, ਉਸਦੀ ਰੋਜ਼ਮਰਾ ਜ਼ਿੰਦਗੀ ਦਾ ਅੰਗ ਬਣ ਗਏ ਸਨ। ਫਿਰ ਇੱਕਦਮ ਉਸਤੇ ਪਾਬੰਦੀ ਲਾਉਣੀ ਠੀਕ ਨਹੀਂ ਸੀ। ਨਹੁੰਆਂ ਤੋਂ ਮਾਸ ਕਦੀ ਵੱਖ ਨਹੀਂ ਹੁੰਦਾ। ਸ਼ਾਮ ਨੂੰ ਜਦੋਂ ਅਰਸ਼ਪ੍ਰੀਤ ਦਫ਼ਤਰ ਤੋਂ ਘਰ ਆਇਆ, ਦੀਪਤੀ ਦੀ ਤਬੀਅਤ ਠੀਕ ਹੋ ਚੁੱਕੀ ਸੀ। ਬੁਖਾਰ ਉਤਰ ਚੁੱਕਿਆ ਸੀ ਤੇ ਕੰਮ ਕਰਨ ਵਾਲੀ ਪੁਸ਼ਪਾ ਦੇ ਨਾਲ ਰਸੋਈ ਵਿੱਚ ਕੁਝ ਬਣਾ ਰਹੀ ਸੀ। ਅਮਨ ਦਾਦੂ ਦੇ ਕਮਰੇ ਵਿੱਚ ਹੋਮਵਰਕ ਕਰ ਰਿਹਾ ਸੀ। ਕੱਪੜੇ ਬਦਲਣ ਤੋਂ ਬਾਅਦ ਉਹ ਨਿੱਤ ਵਾਂਗੂ ਡੈਡੀ ਮੰਮੀ ਦੇ ਕਮਰੇ ਵਿੱਚ ਆਇਆ। ਅਮਨ ਨੂੰ ਉੱਥੇ ਵੇਖ ਕੇ, ਦੀਪਤੀ ਨੂੰ ਰਸੋਈ ਵਿੱਚ ਵੇਖ ਕੇ ਬੜਾ ਹੈਰਾਨ ਹੋਇਆ। ਘਰ ਵਿੱਚ ਜਿਵੇਂ ਖੁਸ਼ੀ ਦੀ ਖੁਸ਼ਬੂ ਫੈਲੀ ਹੋਈ ਸੀ। ਡੈਡੀ ਮੰਮੀ ਦੇ ਨਾਲ ਗੱਲਬਾਤ ਕਰ ਰਿਹਾ ਸੀ, ਜਿਵੇਂ ਹਰ ਰੋਜ਼ ਕਰਦਾ ਹੈ। ਆਫਿਸ ਪਰਤਣ ਤੋਂ ਬਾਅਦ ਦੀਪਤੀ ਨੇ ਆ ਕੇ ਪੁੱਛਿਆ, ਖਾਣਾ ਲਗਾਵਾਂ ਡੈਡੀ ਜੀ? ਅੱਜ ਮੁੱਦਤਾਂ ਬਾਅਦ ਉਸਨੇ ਸਰਦਾਰ ਜੀ ਨਾਲ ਗੱਲ ਕੀਤੀ ਸੀ। ਹਾਂ ਬੇਟੇ, ਲਗਾਓ, ਅਸੀਂ ਆਉਂਦੇ ਹਾਂ। ਸਰਦਾਰ ਜੀ ਨੇ ਮੁੱਦਤਾਂ ਬਾਅਦ ਦੀਪਤੀ ਨਾਲ ਗੱਲ ਕੀਤੀ ਸੀ। ਉਹਨਾਂ ਦੇ ਅੰਦਰ ਦੀ ਭੜਾਸ ਤਾਂ ਵੈਸੇ ਹੀ ਠੰਡੀ ਹੋ ਚੁੱਕੀ ਸੀ ਅਮਨ ਦੇ ਆਉਣ ਨਾਲ। ਹੁਣ ਤੇ ਠੰਡ ਪੈ ਗਈ ਸੀ। ਵੈਸੇ ਵੀ ਅੱਜ ਬਹੁਤ ਖੁਸ਼ ਸਨ, ਕਿਉਂਕਿ ਸਾਰਾ ਦਿਨ ਉਹਨਾਂ ਦਾ ਪੋਤਰਾ ਉਹਨਾਂ ਨਾਲ ਰਿਹਾ ਸੀ। ਬਾਹਰ ਖਾਣੇ ਦੇ ਟੇਬਲ ਤੇ ਸਾਰਿਆਂ ਨੇ ਬੈਠ ਕੇ ਖਾਣਾ ਖਾਧਾ। ਖਾਣਾ ਸ਼ੁਰੂ ਹੁੰਦਿਆਂ ਅਮਨ ਨੇ ਕਿਹਾ, मम्मा, मेरा खाना दादू की प्लेट में डाल देना, मैं दादू के साथ खाऊंगा। ठीक है। ते दादू के नाल उसने रज के खाना खाता। रात ਨੂੰ ਅਰਸ਼ਪ੍ਰੀਤ ਨੇ ਦੀਪਤੀ ਤੋਂ ਪੁੱਛਿਆ, ਅੱਜ ਕੀ ਗੱਲ ਹੈ? ਘਰ ਦਾ ਸਾਰਾ ਨਿਜ਼ਾਮ ਹੀ ਬਦਲ ਗਿਆ। ਮੇਰੀ ਗਲਤੀ ਸੀ, ਸੁਧਾਰ ਲਈ ਤੇ ਘਰ ਚਮਨ ਬਣ ਗਿਆ। ਹੋਇਆ ਕੀ? ਸਵੇਰੇ ਡੈਡੀ ਜੀ ਅਮਨ ਨੂੰ ਸਕੂਲ ਛੱਡਣ ਗਏ ਸਨ। ਬਹੁਤ ਖੁਸ਼ ਸੀ। ਤੁਹਾਨੂੰ ਪਤਾ ਹੈ, ਕੁਝ ਨਹੀਂ ਸੀ ਖਾਂਦਾ। ਦਾਦੂ ਨਾਲ ਜਾ ਕੇ ਟਿਫਨ ਦਾ ਸਾਰਾ ਖਾਣਾ ਖਾ ਲਿਆ। ਆ ਕੇ ਵੀ ਪੇਟ ਭਰ ਖਾਣਾ ਖਾਧਾ। ਬਹੁਤ ਖੁਸ਼ ਸੀ। ਮੈਂ ਮਹਿਸੂਸ ਕੀਤਾ ਕਿ ਮੈਂ ਛੋਟੇ ਜਿਹੇ ਬੱਚੇ ਤੇ ਕਿੰਨੀ ਪਾਬੰਦੀ ਲਗਾ ਰੱਖੀ ਆ, ਕਿੰਨਾ ਤੰਗ ਕਰਕੇ ਉਸ ਨੂੰ ਰੱਖਦੀ ਆ। ਜ਼ਿੱਦੀ ਬਣ ਗਿਆ ਹੈ। ਦਾਦੂ ਤੇ ਉਸ ਦੀ ਆਤਮਾ ਵਿੱਚ ਵਸਦੇ ਨੇ। ਮੈਂ ਕਿਉਂ ਰੋਕਦੀ ਹਾਂ? ਮੈਂ ਹੀ ਆਪ ਜ਼ਿੰਮੇਵਾਰ ਹਾਂ ਉਸ ਨੂੰ ਚਿੜਚਿੜਾ ਬਣਾਉਣ ਲਈ। ਬੱਚੇ ਨੂੰ ਪਿਆਰ ਚਾਹੀਦਾ ਹੈ। ਪਿਆਰ ਦੀ ਗੱਲ ਹੀ ਉਹ ਸਮਝਦਾ ਹੈ। ਜ਼ੋਰ ਜ਼ਬਰਦਸਤੀ ਦਾ ਕੋਈ ਫਾਇਦਾ ਨਹੀਂ। ਸ਼ੁਕਰ ਹੈ ਤੂੰ ਇਹ ਸਭ ਆਪੇ ਹੀ ਸਮਝ ਲਿਆ ਵਕਤ ਤੇ, ਨਹੀਂ ਤਾਂ ਤੇਰਾ ਇਹ ਜ਼ਬਰਦਸਤੀ ਵਾਲਾ ਪਿਆਰ ਬੱਚੇ ਵਾਸਤੇ ਠੀਕ ਨਹੀਂ ਸੀ। ਬੱਚਾ ਤੇਰਾ ਏ, ਤੂੰ ਜਨਮ ਦਿੱਤਾ ਹੈ। ਤੂੰ ਚਾਹੁੰਦੀ ਹੈ ਕਿ ਤੇਰੇ ਵਰਗਾ ਹੋਵੇ, ਤੇਰੇ ਵਰਗੀਆਂ ਉਸ ਦੀਆਂ ਆਦਤਾਂ ਹੋਣ, ਪਰ ਇੰਜ ਨਹੀਂ ਹੁੰਦਾ। ਬੱਚੇ ਨੂੰ ਖਾਨਦਾਨ ਵੱਲੋਂ ਸੰਸਕਾਰ ਮਿਲਦੇ ਨੇ, ਉਸ ਦੇ ਜੀਨਸ ਤੋਂ ਉਸ ਦੇ ਖੂਨ ਵਿੱਚ ਹੁੰਦੇ ਨੇ। ਇਸ ਲਈ ਖੂਨ ਦੀ ਕਸ਼ਿਸ਼ ਹੁੰਦੀ ਆ। ਤੁਸੀਂ ਠੀਕ ਕਹਿ ਰਹੇ ਹੋ। ਦੀਪਤੀ, ਕਿੰਨੇ ਅਰਸੇ ਤੋਂ ਮੈਂ ਇਹ ਤੇਰਾ ਵਿਹਾਰ ਵੇਖ ਰਿਹਾ ਹਾਂ, ਪਰ ਮੈਂ ਤੇਰੇ ਨਾਲ ਕੋਈ ਚਰਚਾ ਨਹੀਂ ਕੀਤੀ। ਮੈਂ ਜਾਣਦਾ ਸਾਂ ਅਗਰ ਤੈਨੂੰ ਕੁਝ ਕਹਾਂਗਾ ਤੂੰ ਹੋਰ ਤੈਸ਼ ਵਿੱਚ ਆਏਂਗੀ। ਰਿਸ਼ਤਿਆਂ ਵਿੱਚ ਹੋਰ ਕੁੜੱਤਣ ਵਧੇਗੀ, ਘਰ ਵਿੱਚ ਤਣਾਅ ਵਧੇਗਾ। ਇਸ ਲਈ ਮੈਂ ਚੁੱਪ ਹੀ ਰਿਹਾ। ਪਹਿਲੇ ਵੀ ਜਦੋਂ ਅਮਨ ਡੈਡੀ ਕੋਲ ਸੌਂ ਜਾਂਦਾ ਸੀ, ਤੈਨੂੰ ਚੰਗਾ ਨਹੀਂ ਸੀ ਲੱਗਦਾ ਤੇ ਤੂੰ ਸੁੱਤੇ ਪਏ ਨੂੰ ਉਹਨਾਂ ਦੀ ਗਲਵੱਕੜੀ ਵਿੱਚੋਂ ਕੱਢ ਲਿਆਉਂਦੀ ਸੀ। ਉਹਨਾਂ ਨੇ ਵੀ ਤੈਨੂੰ ਕਦੀ ਕੁਝ ਨਹੀਂ ਕਿਹਾ। ਮੈਂ ਵੀ ਨਹੀਂ ਕੁਝ ਕਿਹਾ। ਅਗਰ ਉਹ ਉੱਥੇ ਸੌਂ ਹੀ ਗਿਆ ਸੀ ਤੇ ਕੀ ਸਮੱਸਿਆ ਸੀ? ਉਹ ਕਿਹੜਾ ਤੇਰਾ ਦੁੱਧ ਪੀਂਦਾ ਸੀ? ਪਰ ਤੂੰ ਆਪਣੇ ਬੱਚੇ ਤੇ ਹਮੇਸ਼ਾ ਹੀ ਆਪਣਾ ਅਧਿਕਾਰ ਸਮਝਿਆ। ਭਾਵੇਂ ਤੂੰ ਜਨਮ ਦਿੱਤਾ ਹੈ, ਪਰ ਬੱਚਾ ਤੇ ਸਭ ਦਾ ਸਾਂਝਾ ਹੈ। ਹਾਂ, ਮੈਂ ਆਪਣੀ ਗਲਤੀ ਸਮਝਦੀ ਹਾਂ। ਮੈਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ। 6 ਸਾਲ ਹੋ ਗਏ ਹਨ ਸਾਡੀ ਸ਼ਾਦੀ ਨੂੰ। ਅੱਜ ਪਹਿਲੀ ਵਾਰ ਤੂੰ ਪੰਜਾਬੀ ਵਿੱਚ ਗੱਲ ਕੀਤੀ ਹੈ
ਤੇ ਅੱਜ ਮੈਨੂੰ ਮਹਿਸੂਸ ਹੋਇਆ ਹੈ ਕਿ ਤੂੰ ਇਸ ਘਰ ਦਾ ਇੱਕ ਹਿੱਸਾ ਹੈ। ਪਤਨੀ ਬਣਨ ਤੇ ਹਿੱਸਾ ਬਣਨ ਵਿੱਚ ਫਰਕ ਹੁੰਦਾ ਹੈ। ਮੈਨੂੰ ਵੀ ਸਮਝ ਨਹੀਂ ਆਈ ਕਿ ਮੈਂ ਪੰਜਾਬੀ ਕਿਵੇਂ ਬੋਲਣੀ ਸ਼ੁਰੂ ਕਰ ਦਿੱਤੀ ਤੇ ਕਿਵੇਂ ਬਿਨਾਂ ਰੁਕਾਵਟ ਦੇ ਬੋਲ ਰਹੀ ਹਾਂ। ਦੀਪਤੀ ਨੂੰ ਵਾਕਿਆ ਹੈਰਾਨੀ ਹੋ ਰਹੀ ਸੀ। ਦੀਪਤੀ, ਅੱਜ ਤੇਰਾ ਅਹਿਮ ਹੰਕਾਰ ਖਤਮ ਹੋ ਗਿਆ ਹੈ। ਅੱਜ ਤੂੰ ਸਾਡੇ ਪਰਿਵਾਰ ਦੇ ਰੰਗ ਵਿੱਚ ਰੰਗੀ ਗਈ ਹੈ। ਹੁਣ ਤੱਕ ਸਿਰਫ ਪੀਆ ਦਾ ਰੰਗ ਹੀ ਤੇਰੇ ਤੇ ਚੜਿਆ ਸੀ। ਅਰਸ਼ਪ੍ਰੀਤ ਬੋਲਿਆ। ਦੋਨੋਂ ਹੱਸ ਪਏ। ਫਿਰ ਅਰਸ਼ਪ੍ਰੀਤ ਬੋਲਿਆ, ਤੂੰ ਡੈਡੀ ਜੀ ਦੀ ਮਹਾਨਤਾ ਵੇਖੀ ਆ? ਤੈਨੂੰ ਉਹਨਾਂ ਨੇ ਅਮਨ ਤੋਂ ਕਦੀ ਨਹੀਂ ਟੁਕਿਆ। ਤੇਰਾ ਵਰਤਾਅ ਉਹਨਾਂ ਨੂੰ ਚੰਗਾ ਨਹੀਂ ਲੱਗਿਆ। ਉਹਨਾਂ ਨੇ ਤੇਰੇ ਨਾਲ ਗੱਲ ਕਰਨੀ ਬੰਦ ਕਰ ਦਿੱਤੀ। ਅਮਨ ਤੋਂ ਦੂਰ ਰਹਿਣਾ ਉਹਨਾਂ ਲਈ ਅਸਹਿ ਸੀ, ਪਰ ਉਹਨਾਂ ਨੇ ਚੁੱਪ ਕਰਕੇ ਸਿਆ। ਅੰਦਰ ਹੀ ਤਿਲ-ਤਿਲ ਕਰਕੇ ਖੁਰਦੇ ਰਹੇ। ਕਦੀ ਉਹਨਾਂ ਨੇ ਮੇਰੇ ਨਾਲ ਵੀ ਜ਼ਿਕਰ ਨਹੀਂ ਕੀਤਾ, ਕਦੀ ਤੇਰੇ ਖਿਲਾਫ ਗੱਲ ਨਹੀਂ ਕੀਤੀ। ਤੇਰੇ ਲਈ ਮਾਨ ਸਨਮਾਨ ਉਹਨਾਂ ਦੇ ਅੰਦਰ ਬਣਿਆ ਰਿਹਾ। ਕਦੀ ਬਹੁਤ ਉਚਾਟ ਹੁੰਦੇ ਤਾਂ ਮੰਮੀ ਨਾਲ ਦਿਲ ਦੀ ਗੱਲ ਕਰ ਲੈਂਦੇ, ਆਪਣੇ ਆਪ ਨਾਲ ਖਿੱਚ ਕੇ ਸ਼ਾਂਤ ਹੋ ਜਾਂਦੇ। ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਨੂੰ ਇਹੋ ਜਿਹੇ ਡੈਡੀ ਮਿਲੇ ਹਨ, ਇਹੋ ਜਿਹਾ ਪਤੀ ਮਿਲਿਆ ਹੈ, ਮੰਮੀ ਮਿਲੀ ਹੈ ਤੇ ਘਰ ਮਿਲਿਆ ਹੈ। ਦੀਪਤੀ ਭਾਵੁਕ ਹੋ ਗਈ। ਇਹੋ ਜਿਹਾ ਬੇਟਾ ਮਿਲਿਆ ਹੈ। ਅਰਸ਼ਪ੍ਰੀਤ ਨੇ ਚੁਟਕੀ ਲਈ। ਹਾਂ, ਮੈਂ ਤੇ ਆਪਣੇ ਬੇਟੇ ਅਮਨ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਸਨੇ ਮੇਰੀਆਂ ਅੱਖਾਂ ਖੋਲ੍ਹੀਆਂ, ਮੇਰੇ ਮਨ ਦੀਆਂ ਤਹਿਾਂ ਤੱਕ ਭਰਿਆ ਹੋਇਆ ਹੰਕਾਰ ਤੇ ਅਹਿਮ ਇੱਕ ਝਟਕੇ ਵਿੱਚ ਖਤਮ ਕਰ ਦਿੱਤਾ ਤੇ ਮੈਨੂੰ ਆਪਣੇ ਇਸ ਪਰਿਵਾਰ ਦਾ ਇੱਕ ਹਿੱਸਾ ਬਣਾ ਦਿੱਤਾ। ਤੇ ਉਸਨੇ ਸੁੱਤੇ ਹੋਏ ਅਮਨ ਨੂੰ ਢੇਰ ਸਾਰਾ ਪਿਆਰ ਕੀਤਾ।